ਵਾਹਿਗੁਰੂ 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 ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪੁ ਆਦਿ ਸਚ ਜੁਗਾਦਿ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਵਾਹਿਗੁਰੂ ਸ੍ਰੀ ਨਾਨਕ ਪੁਰਸ਼ੋਤਮ ਪਰਮ ਪਰਾਵਰ ਨਾਥ ਜੁਗਲ ਚਰਨ ਮਮ ਬੰਦਨਾ ਧਰ ਪਰ ਧਰ ਕਰ ਮਾਥ। ਸ੍ਰੀ ਨਾਨਕ ਸੁਖ ਸਿੰਧ ਕਉ ਹਾਥ ਜੋਰ ਪ੍ਰਣਾਮ। ਜਿਸ ਕਰਨ ਫਤਿਹ ਵਡਿਆਗੀ ਆਵਹਿ ਗਤ ਬਿਸਰਾਮ। ਗਿਆਨ ਤੇ ਕਿਸ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਸਤਿਗੁਰੂ ਗਰੀਬ ਨਿਵਾਜ ਪਤਿਤ ਪਾਵਨ ਦੀਨ ਬੰਧੂ ਨਿਰੰਕਾਰ ਅਕਾਲ ਪੁਰਖ ਸਰਬ ਵਿਆਪੀ, ਜਿਸ ਨੇ ਸਾਡੇ ਜੀਵਾਂ ਦੀ ਕਲਿਆਣ ਕਰਨ ਵਾਸਤੇ ਨਿਰਗੁਣ ਤੋਂ ਸਰਗੁਣ ਸਰੂਪ ਗੁਰੂ ਨਾਨਕ ਰੂਪ ਧਾਰਿਆ। ਦਸਾਂ ਜਾਮਿਆਂ ਵਿੱਚ ਦਸਾਂ ਸਰੀਰਾਂ ਵਿੱਚ ਵਾਰੀ ਵਾਰੀ ਜੋਤ ਵਰਤ ਕਰਕੇ ਆਖਰੀ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਪੰਥ ਦੇ ਬਾਲੀ ਤੇ ਪ੍ਰੰਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਖਾਲਸਾ ਪੰਥ ਪੰਜ ਪਿਆਰਿਆਂ ਵਿੱਚ ਉਸ ਜੋਤ ਨੂੰ ਟਿਕਾ ਕਰਕੇ ਪਰਮੇਸ਼ਰ ਨਿਰੰਕਾਰ ਦੀ ਆਗਿਆ ਨੂੰ ਮੰਨਿਆ ਤੇ ਕਹਿਆ, ਆਗਿਆ ਪਈ ਅਕਾਲ ਕੀ ਤਬੇ ਚਲਾਇਓ ਪੰਥ। ਸਭ ਸਿੱਖਣ ਕਾ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਜਿਹਨੇ ਗੁਰੂ ਕਾ ਹੁਕਮ ਨਹੀਂ ਮੰਨਣਾ ਉਹਦੀ ਆਪਣੀ ਮਰਜ਼ੀ ਹੈ। ਇਹ ਲਿਖਤੀ ਪ੍ਰਮਾਣ ਮਿਟਣੇ ਨਹੀਂ, ਪੱਥਰ ਤੇ ਨਹੀਂ ਲੋਹੇ ਦੇ ਕੀ ਭਾਗ ਲਕੀਰ ਵੜਿਆ ਗੱਲ ਹੈ। ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਨੇ ਅੱਜ ਦੇ ਦਿਹਾੜੇ ਅਵਤਾਰ ਧਾਰਿਆ। ਸੋ ਪਿਤਾ ਹਰਦਾਸ ਜੀ ਸੋਢੀ ਤੇ ਮਾਤਾ ਦਇਆ ਕੌਰ ਦੀ ਕੁੱਖ ਤੋਂ ਚੂਨਾ ਮੰਡੀ ਲਾਹੌਰ ਤਥਾ 1591 ਬਿਕਰਮੀ ਬਾਲਕ ਅਵਸਥਾ ਹੋਈ ਸੱਚੇ ਪਾਤਸ਼ਾਹ ਧਰਤੀ 'ਤੇ ਆਏ। ਜਿਸ ਜੋਤ ਵਿੱਚ ਪਰਮੇਸ਼ਰ ਦੀ ਜੋਤ ਗੁਰੂ ਨਾਨਕ ਦੀ ਜੋਤ ਅਕਾਲ ਦੀ ਜੋਤ ਵਿੱਚ ਜਿਹੜੀ ਪ੍ਰਵੇਸ਼ ਹੋਣੀ ਸੀ ਉਹ ਧਰਤੀ 'ਤੇ ਆਈ ਹੈ। ਸਭ ਤੋਂ ਵੱਡਾ ਤਾਂ ਅਕਾਲ ਪੁਰਖ ਹੈ। ਦੂਜੇ ਨੰਬਰ 'ਤੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ। ਦੁਨੀਆ 'ਤੇ 2 ਕਲਾ ਤੋਂ ਆਰੰਭ ਹੁੰਦੇ ਹੈ, 16 ਕਲਾ ਤੱਕ। ਇਸ ਪ੍ਰਕਾਰ 16 ਕਲਾ ਸੰਪੂਰਨ ਫਲਿਆ। ਅਨੰਤ ਕਲਾ ਹੋਏ ਠਾਕੁਰ ਜੜਿਆ। ਅਨੰਤ ਗਿਣਤੀ ਤੋਂ ਰਹਿਤ ਕਲਾ ਸ਼ਬਦਾਂ ਨੂੰ ਲੈ ਕੇ ਠਾਕੁਰ ਮਾਲਕ ਆਪ ਚੜ੍ਹਿਆ। ਆਪ ਨਾਰਾਇਣ ਨਿਰੰਕਾਰ ਕਾਲ ਪੁਰਖ ਨੂੰ ਕਿਹਾ ਕਿਸੇ ਬੰਦੇ ਨੂੰ ਨਹੀਂ। ਜੋਤ ਰੂਪ ਹਰ ਆਪ ਗੁਰੂ ਨਾਨਕ ਹਾਇਓ। ਕਿਤਨੇ ਪ੍ਰਮਾਣ ਬਾਣੀ ਦੇ ਗ੍ਰੰਥਾਂ ਦੇ ਕਵੀਸ਼ਰਾਂ ਦੇ ਨਹੀਂ, ਤੁਕਬੰਦੀਆਂ ਮੇਰੇ ਵਰਗਿਆਂ ਦੇ ਨਹੀਂ। ਬੜੇ ਸਮੱਖ ਰੱਖ ਦਈਏ ਤੇ ਫਿਰ ਹੋਰ ਜੋਤਾਂ ਭਾਲਦੇ ਫਿਰੀਏ। ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਆਉਣ ਦੀ ਲੋੜ ਕੀ ਪਈ। ਚੱਲੇ ਪਾਪ ਦੀ ਜਗਤ ਕਹਾਣੀ ਭਾਜਾ ਧਰਮ ਛਾੜ ਰਾਜਧਾਨੀ। ਭਇਓ ਭਾਰ ਧਰ ਪਰ ਅਦਕ ਧਰਮ ਧਰਤ ਨਹਿ ਧੀਰ। ਭਾਉ ਭਗਤ ਨੇ ਜਗਤ ਮੈਂ ਬਿਕਲ ਪਈ ਪਹਿ ਪੀਰ। ਪਰਮ ਪਾਪ ਤੇ ਭੂਮ ਡਰਾਨੀ ਡਗ ਮਗਾਦ ਬਿਦ ਤੀਰ ਸ਼ਰਾਨੀ। ਬ੍ਰਹਮਾ ਗਇਓ ਸ਼ੀਰ ਨਿਦ ਨਹਾ ਜਹਾਂ ਅਕਾਲ ਪੁਰਖ ਸਥੈਸੇ ਜਹਾਂ। ਬ੍ਰਹਮਾ ਤੇ ਵਿਸ਼ਨੂੰ ਸ਼ਿਵ ਜੀ ਧਰਤੀ ਗਊ ਦਾ ਰੂਪ ਧਾਰਿਆ ਹੈ। ਕਲ ਮਲ ਹੋਈ ਮੇਦਨੀ ਅਰਦਾਸ ਕਰੇ ਲਿਵ ਲਾਏ। ਸੱਚੇ ਸੁਣਿਆ ਕੰਨ ਦੇ ਧੀਰਕ ਦੇਵੇ ਸਹਿ ਸੁਹਾਏ। ਇਹਨਾਂ ਨੇ ਸਾਰਿਆਂ ਨੇ ਮਿਲ ਕੇ ਬਾਹਾਂ ਖੜੀਆਂ ਕਰਕੇ ਅਰਦਾਸਾਂ ਕੀਤੀਆਂ, ਬੇਨਤੀਆਂ ਕੀਤੀਆਂ ਕਿ ਮਹਾਰਾਜ ਸਾਹਿਬ ਵਿਸ਼ਨੂੰ ਭਗਵਾਨ ਕਹਿੰਦਾ ਮੈਂ 23 ਅਵਤਾਰ ਧਾਰ ਚੁੱਕਾ ਹੈ। 20ਵੇਂ ਅਵਤਾਰ ਸਨ ਤਾਂ ਭਗਵਾਨ ਰਾਮਚੰਦਰ ਜੀ ਵੱਖਰੀ ਵੱਖਰੀਆਂ ਦਿਸ਼ਾ ਵਿੱਚ ਹੁਣ ਮੇਰੇ ਵੱਸੋਂ ਗੱਲ ਲੰਘ ਚੁੱਕੀ ਹੈ, ਤੁਸੀਂ ਆਪ ਕਿਰਪਾ ਕਰੋ। ਤੇ ਫਿਰ ਆਕਾਸ਼ ਗੂੰਜਿਆ,
ਆਕਾਸ਼ ਵਿੱਚੋਂ ਆਵਾਜ਼ ਆਈ, ਗ੍ਰੰਥਾਂ ਦੇ ਬਚਨ ਅਨੁਸਾਰ ਕਹੇ ਨੂੰ ਸੁਣੇ ਨੂੰ ਅਣਸੁਣਿਆ ਨਹੀਂ ਕਰਨਾ, ਯਾਦ ਵੀ ਰੱਖਣਾ ਹੈ। ਕਿਉਂ ਭਇਓ ਕਿਰਪਾਲ ਮਹਾਕਾਲ ਜੀ, ਬਾਣੀ ਪਨੀ ਆਕਾਸ਼ ਹੋਂ ਦੁਖਾਰ ਹੋਂ, 10 ਰੂਪ ਧਾਰ ਕਹੋਂ ਵਿਸ਼ਨੂੰ ਮਮ ਦਾਸ। ਤੁਹਾਡੀ ਬੇਨਤੀ ਪ੍ਰਮਾਣ ਹੋ ਗਈ ਹੈ, ਤੁਹਾਡੀ ਆਵਾਜ਼ ਸੁਣੀ ਗਈ ਹੈ। ਅਗਰ ਤੇ ਵਿਸ਼ਨੂੰ ਭਗਵਾਨ ਤੂੰ ਸਰੀਰ ਧਾਰ ਕੇ ਬੇਅੰਤ ਕੁਛ ਕੀਤਾ ਹੈ, ਤੇ ਹੁਣ ਮੈਂ ਆਪ ਹੀ ਆਵਾਂਗਾ। ਉਹ ਪਹਿਲਾ ਸਰੂਪ ਸੀ ਸ੍ਰੀ ਗੁਰੂ ਨਾਨਕ ਪਾਤਸ਼ਾਹ ਦਸੇ ਗਿਣ ਲਓ, ਤੇ ਚੌਥੇ ਸਰੂਪ ਧੰਨ ਸੋਢੀ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ, 10 ਕਲਗੀਧਰ ਪਿਤਾ ਤੇ ਖਾਲਸਾ ਪੰਥ, ਫਿਰ 11ਵਾਂ ਸਾਹਿਬ ਗੁਰੂ ਗ੍ਰੰਥ ਸਾਹਿਬ ਸ਼ਬਦ ਅਵਤਾਰ, ਜਿਸ ਸ਼ਬਦ ਤੇ ਸ੍ਰਿਸ਼ਟੀ ਦੀ ਰਚਨਾ ਕੀਤੀ। ਅਸੀਂ ਸ਼ਬਦ ਦੇ ਭਾਸ਼ਕ ਹਾਂ, ਕਾਗਜ਼ਾਂ ਦੇ ਨਹੀਂ, ਪੀੜੇ ਦੇ ਨਹੀਂ, ਰੁਮਾਲਿਆਂ ਦੇ ਨਹੀਂ, ਕਿਸੇ ਬੰਦੇ ਦੇ ਨਹੀਂ। ਵਿਸ਼ਟਾ ਰਕਤ ਪ੍ਰੇਟੇ ਕਾਮ ਇਸ ਪਰਲੇ ਰੱਖਿਓ ਗੁਮਾਨ। ਇਸ ਪ੍ਰਕਾਰ ਦਿੱਤੇ ਬਚਨਾਂ ਅਨੁਸਾਰ ਸਮਾਂ ਬਦਲਦਾ ਆਇਆ। ਸਮੇਂ ਸਮੇਂ ਅਨੁਸਾਰ ਮਹਾਰਾਜ ਸਾਹਿਬ ਜੀ ਨੇ ਜੋ ਤਾਸੀਰਾਂ ਵਿੱਚ ਬਦਲੀਆਂ ਨੇ। ਬੜੇ ਭਾਰੀ ਪਾਪ ਦੁਨੀਆਂ 'ਤੇ 2 ਵੰਸ਼ਾਂ ਚੱਲਦੀਆਂ ਹੈ। ਕਿਹੜੀ ਵੰਸ਼? ਇੱਕ ਨੂੰ ਸੂਰਜਵੰਸ਼ੀ ਕਹਿੰਦੇ ਆ ਤੇ ਇੱਕ ਨੂੰ ਚੰਦਰਵੰਸ਼ੀ ਕਹਿੰਦੇ ਆ। ਚੰਦਰਵੰਸ਼ੀ ਹਨ ਕ੍ਰਿਸ਼ਨ ਭਗਵਾਨ ਤੋਂ ਆਰੰਭਤਾ ਹੋਈ, ਤੇ ਸੂਰਜਵੰਸ਼ੀ ਹੈ ਸੂਰਜ ਤੋਂ ਆਰੰਭਤਾ ਹੋਈ। ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਨੇ 10ਮ ਪਾਤਸ਼ਾਹ 10ਮ ਗ੍ਰੰਥ, ਐਡਾ ਵੱਡਾ ਇਤਿਹਾਸ ਜੋ ਤੁਹਾਨੂੰ ਕਿਤੇੋਂ ਨਹੀਂ ਮਿਲ ਸਕਦਾ, ਉਹ ਕਥਨ ਕੀਤਾ, ਕਲਮਬੰਦ ਕੀਤਾ ਹੈ। ਤੇ 10ਮ ਗ੍ਰੰਥ ਸਾਹਿਬ ਗੁਰੂ ਗ੍ਰੰਥ ਸਾਹਿਬ ਜਿੱਡਾ ਗ੍ਰੰਥ ਹੈ, ਕੇਵਲ 2 ਅੰਗ ਘੱਟ ਨੇ। ਇਸ ਪ੍ਰਕਾਰ 1428 ਅੰਗ 10ਮ ਗ੍ਰੰਥ ਦੇ। ਇੰਨੇ ਭਾਰੀ ਵਿਦਿਆ ਦੀ ਲੋੜ ਹੈ, ਇੰਨੇ ਭਾਰੀ ਦਿਮਾਗ ਮਾਰਨ ਦੀ ਲੋੜ ਹੈ, ਇੰਨਾ ਭਾਰੀ ਯਤਨ ਕਰਨ ਦੀ ਲੋੜ ਹੈ, ਪੜ੍ਹਨ ਸੁਣਨ ਦੀ ਲੋੜ ਹੈ। ਪੜ੍ਹਨ ਸੁਣਨ ਤੋਂ ਬਿਨਾਂ ਜਿਹੜੇ ਨੇ ਉਹ ਭੁਲੇਖੇ 'ਚ ਰਹਿ ਸਕਦੇ ਹੈ। 10ਮ ਗ੍ਰੰਥ ਦੀ ਵਿਰੋਧਤਾ ਕਰਨ ਵਾਲੇ ਸਿਰ ਤੋੜ ਜੋੜ ਲਾ ਰਹੇ ਨੇ। ਕਿਉਂ? ਕੀ ਲੋੜ ਪਈ? ਸਰਕਾਰ ਦੇ ਖਰੀਦੇ ਹੈ। ਸਿੱਖੀ ਖਤਮ ਕਰਨ ਵਾਸਤੇ ਯਤਨ ਹੋ ਰਿਹਾ ਹੈ। ਸੂਰਜ ਪ੍ਰਕਾਸ਼ ਵਾਲੇ ਮਹਾਕਵੀ ਸੰਤੋਖ ਸਿੰਘ ਜੀ ਨੇ ਕਲਗੀਧਰ ਦੇ ਆਪ ਦਰਸ਼ਨ ਜਿਨ੍ਹਾਂ ਨੂੰ ਹੋਏ ਆ, ਤੇ ਜਿਨ੍ਹਾਂ ਨੇ ਇੰਨਾ ਵੱਡਾ ਗਿਆਨ ਘੋਟਿਆ, ਇੰਨੀ ਕਲਮ ਚਲਾਈ, ਕੋਈ ਨੌਕਰੀ ਨਹੀਂ ਕੀਤੀ, ਤਨਖਾਹ ਨਹੀਂ ਲਈ। ਸੋ ਉਹਨਾਂ ਨੇ ਵੀ ਕੋਈ ਹੱਦ ਨਹੀਂ ਛੱਡੀ, ਕੋਈ ਬੰਨਾ ਨਹੀਂ ਛੱਡਿਆ। ਭਾਈ ਗੁਰਦਾਸ ਜੀ ਦੇ ਤ੍ਰਿਕਾਲਦਰਸ਼ੀ ਸਨ, ਅੰਤਰਜਾਮੀ ਸਨ। ਇਸ ਪ੍ਰਕਾਰ ਉਹਨਾਂ ਦੀ ਕਲਮ ਤੋਂ ਲਿਖਿਆ ਗਿਆ, ਤੇ ਬਹੁਤ ਕੁਝ ਹੋਰ ਵੀ 12 ਆਦਿਕਾਂ ਵਿੱਚੋਂ ਮਿਲਦਾ ਹੈ। ਰਹਿਤਨਾਮੇ ਪੜ੍ਹੋ, 10ਮ ਗ੍ਰੰਥ ਦੀ ਬਾਣੀ ਪੜ੍ਹੋ, ਇਤਿਹਾਸ ਪੜ੍ਹਨਾ ਤੇ ਸੂਰਜ ਪ੍ਰਕਾਸ਼ ਗ੍ਰੰਥ ਪੜ੍ਹੋ, ਭਾਵੇਂ ਮਹਿਮਾ ਪ੍ਰਕਾਸ਼ ਤਬਾਰੀਖ, ਹੋਰ ਵੀ ਗ੍ਰੰਥ ਦੁਨੀਆ 'ਤੇ ਬੇਅੰਤ ਨੇ। ਪੜ੍ਹਨ ਸੁਣ ਤੋਂ ਚੇਤਾ ਰੱਖਣ ਤੋਂ ਬਿਨਾਂ ਜਿਨ੍ਹਾਂ ਨੂੰ ਨਹੀਂ ਪਤਾ, ਜਿਨ੍ਹਾਂ ਨਹੀਂ ਪੜ੍ਹਿਆ, ਜਿਨ੍ਹਾਂ ਨਹੀਂ ਸੁਣਿਆ, ਉਹ ਭੁਲੇਖੇ 'ਚ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ। ਉਹ ਬੰਦਿਆਂ ਮਗਰ ਭੱਜੇ ਫਿਰਦੇ, ਦੇਵੀ ਦੇਵਤੇ ਦੇ ਪਾਸ਼ਕ ਬਣੇ ਫਿਰਦੇ, ਅਵਤਾਰਾਂ ਤੇ ਕਬਰਾਂ ਮਗਰ ਲੱਗੇ ਫਿਰਦੇ ਹੈ। ਕਿੰਨੀ ਦੁਨੀਆ ਨੇ ਕਿੰਨੀਆਂ ਵੰਡਾਂ ਪਾਈਆਂ। ਇਹ ਯਸੂ ਮਸੀਹ ਈਸਾਈ ਕਹਿੰਦੇ ਸਾਡਾ ਹੋਇਆ। ਮੁਹੰਮਦ ਸਾਹਿਬ ਤੇ ਇਬਰਾਹੀਮ ਮੁਹੰਮਦ ਸਾਹਿਬ ਆਦਿਕ ਮੁਸਲਮਾਨ ਕਹਿੰਦੇ ਸਾਡਾ ਹੋਇਆ ਹੈ। ਇਹ ਭਗਵਾਨ ਰਾਮਚੰਦਰ ਕ੍ਰਿਸ਼ਨ ਭਗਵਾਨ ਹਿੰਦੂ ਕਹਿੰਦੇ ਸਾਡਾ ਹੋਇਆ ਹੈ। ਤੇ ਸਿੱਖ ਇੱਥੋਂ ਤੱਕ ਸਹਿਮਤ ਹੈ ਕਿ ਗੁਰੂ ਨਾਨਕ ਪਾਤਸ਼ਾਹ ਦਸੇ ਸਰੂਪ ਸਾਡੇ ਹੋਏ ਨੇ। ਨਹੀਂ ਭੋਲਿਓ, ਸਾਰਿਆਂ ਦਾ ਬਾਪੂ ਇੱਕ ਹੀ ਹੈ। ਜਿਹੜਾ ਵੀ ਦਿਹਾੜਾ ਆਵੇ ਸਾਰੇ ਜਣੇ ਮਿਲ ਕੇ ਮਨਾਓ। ਉਸ ਕਾਲ ਨਿਰੰਕਾਰ ਦੇ ਭੇਜੇ ਪੈਗੰਬਰ, ਪੈਗਾਮ ਲਿਆਉਣ ਵਾਲੇ, ਤੁਹਾਨੂੰ ਸੁਨੇਹੇ ਦੇਣ ਵਾਲੇ ਸੋ ਦੁਨੀਆ 'ਤੇ ਪੈਦਾ ਹੋਏ ਨੇ। ਤੇ ਕਲਯੁਗ ਦਾ ਅਵਤਾਰ ਅਜੇ ਆਉਣਾ, ਇਹ ਵੀ ਚੇਤਾ ਰੱਖੋ। ਇਸ ਪ੍ਰਕਾਰ ਚੌਥੇ ਪਾਤਸ਼ਾਹ ਸੋਢੀ ਗੁਰੂ ਰਾਮਦਾਸ 1591 ਬਿਕਰਮੀ ਨੂੰ ਆਪ ਜੀ ਦਾ ਅਵਤਾਰ ਚੂਨਾ ਮੰਡੀ ਲਾਹੌਰ ਹੋਇਆ ਹੈ। ਤੇ 1591 ਤੋਂ ਉਪਰੰਤ ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਦੇ ਚਰਨਾਂ 'ਚ ਬਾਲਕ ਅਵਸਥਾ, ਮਾਤਾ ਸਰੀਰ ਛੱਡ ਗਈ ਹੈ, ਫਿਰ ਪਿਤਾ ਸਰੀਰ ਛੱਡ ਗਿਆ, ਤੇ ਪੁੱਤਰ ਦਾ ਨਾਂ ਜੇਠਾ ਰੱਖਿਆ ਹੈ। ਰਾਮਦਾਸ ਕਿਉਂ ਕਹਿੰਦੇ ਹੈ? ਰਾਮਦਾਸ ਨਾਮ ਗੁਰੂ ਅਮਰਦਾਸ ਜੀ ਨੇ ਰੱਖਿਆ ਹੈ। ਜਿਵੇਂ ਲਹਿਣਾ ਜੀ ਦਾ ਨਾਮ ਮਾਂ ਪਿਓ ਨੇ ਰੱਖਿਆ ਸੀ, ਅੰਗਤ ਨਾਮ ਗੁਰੂ ਨਾਨਕ ਪਾਤਸ਼ਾਹ ਰੱਖਿਆ ਸੀ। ਇਸ ਪ੍ਰਕਾਰ ਲੰਬੀ ਚੌੜੀ ਗਾਥਾ ਹੈ। ਰਮਤਾ ਕਿੱਥੋਂ ਹੁੰਦੀ ਹੈ? ਇਹ 10ਮ ਗ੍ਰੰਥ ਪੜ੍ਹਨ ਤੋਂ ਬਿਨਾਂ ਨਹੀਂ ਪਤਾ ਚੱਲ ਸਕਦਾ। ਕਾਲ ਸੈਨ ਪਰਮੇਸ਼ਰ ਨੇ ਪੈਦਾ ਕੀਤਾ ਹੈ, ਕਾਲ ਕੇਤ ਪੈਦਾ ਕੀਤਾ ਹੈ, ਕਾਲ ਕਰੂਰ ਵਸਤ ਪੈਦਾ ਕੀਤਾ ਹੈ, ਕਾਲ ਧੁਜ ਪੈਦਾ ਕੀਤਾ ਹੈ।
ਇਹ ਗਿਣਤੀ 4 ਹੈ ਤੇ ਲਿਖਤੀ ਬਚਨ ਨੇ ਗੋਬਿੰਦ ਸਿੰਘ ਜੀ ਦੇ। ਕਾਲ ਸੈਂਸੀ ਵਿਸ਼ਨੂੰ ਭਗਵਾਨ ਤੇ ਕਾਲ ਕੇਤ ਸੀ ਬ੍ਰਹਮਾ ਤੇ ਕਰੂਰ ਬਸੀ ਸ਼ਿਵ ਜੀ ਤੇ ਕਾਲ ਧੁਜ ਸੀ ਪ੍ਰਜਾਪਤ। ਜਿਹਦੇ ਘਰ ਬਹੁਤੀਆਂ ਨੇ ਪੁੱਤਰੀਆਂ ਮੰਗ ਕੇ ਲਈਆਂ ਸੀ 10,000 ਕਿੰਨੀ ਕਨਿਆ ਤੇ ਵਿਆਹੀਆਂ ਕਿੰਨਾਂ ਨੂੰ, ਲਿਖੀਆਂ ਮੁਨੀਆਂ ਨੂੰ, ਬੰਦਗੀ ਵਾਲਿਆਂ ਨੂੰ ਵਿਆਹੀਆਂ। ਸ਼ਰਾਬੀਆਂ ਕਬਾਬੀਆਂ ਨਹੀਂ ਪੁੱਤਰੀ ਦੇਵੇ, ਸਿੱਖ ਕਉ ਲੇਵੇ ਨਹਿ ਕਿਛ ਤਾਮ, ਸੋਈ ਮੇਰਾ ਸਿੱਖ ਹੈ ਪਹੁੰਚੇ ਗੁਰ ਕੇ ਧਾਮ। ਸਿੱਖੋ ਸਿੱਖ ਦਈ ਪੁੱਤਰੀ ਸਦਾ ਸਦਾ ਮਿਲ ਜਾਏ, ਦਈ ਭਾਜਨੀ ਕੋ ਸੁਤਾ ਸੁਤਾ ਪੁੱਤਰੀ ਨੂੰ ਕਹਿੰਦੇ। ਇਹ ਮੁਖ ਅਮੀ ਚੁਆਈ, ਇਹ ਨਾਮ ਹੈ ਸੱਪ ਦਾ। ਸੱਪ ਦੇ ਮੂੰਹ ਵਿੱਚ ਅੰਮ੍ਰਿਤ ਚੋਣ ਬੜੀ ਗੱਲ ਹੈ। ਸਿਰ ਮੂੰਹ ਮੰਨਿਆ, ਤੰਬਾਕੂ ਪੀਂਦਾ, ਸ਼ਰਾਬੀ ਕਬਾਬੀ ਤੇ ਜਾਇਦਾਦ ਹੀ ਵੇਹਨੇ ਹੈ, ਬਾਕੀ ਕੁਛ ਨਹੀਂ ਵੇਹਦੇ। ਬਿਨਾ ਸਿੰਘ ਸਿੱਖ ਦਈ ਸਦਾ ਅਜਾ ਕਸਾਈ ਸਾਖ, ਸੋ ਸੋ ਜਮ ਕੰਕਰ ਸੋ ਸੋ ਹੈ ਜਨਮ ਹੋਰ ਸਤ ਕਾਕ। 84 ਭੋਗੂ 700 ਜਨਮ ਕਾਵਾਂ ਦਾ ਮਿਲੋ 84 ਭੋਗੂ। ਇਸ ਪ੍ਰਕਾਰ ਗੁਰਮੁਖੋ ਬੱਚੀਆਂ ਦਾਨ ਕਰਨੀਆਂ, ਵਿਆਹੁਣੀਆਂ, ਇਹਦੇ ਉੱਤੇ ਹੋਰ ਕਿਹੜਾ ਦਾਨ ਹੈ। ਇਹ ਮਾਇਆ ਦੀ ਸੋਭਾ 4 ਦਿਹਾੜੇ ਜਾਂਦੀ ਬਿਲਮ ਨ ਹੋਏ, ਜਗ ਮੇ ਸੋਭਾ ਨਾਮ ਕੀ ਬਿਨ ਨਾਮੇ ਸੋਭ ਨਾ ਹੋਏ। ਮਾਇਆ ਕੀ ਸੋਭਾ 4 ਦਿਹਾੜੇ ਜਾਂਦੀ ਬਿਲਮ ਨ ਹੋਏ। ਇਸ ਪ੍ਰਕਾਰ ਪ੍ਰਗਟ ਹੋਏ ਸਨ ਬ੍ਰਹਮਾ ਦੀ ਕੋਲ ਵਿੱਚ ਹੋਇਆ ਹੈ ਕਸ਼ਪ ਕੀ। ਉਸ ਨੇ 4 ਵਿਆਹੀਆਂ ਸੀ ਪ੍ਰਜਾਪਤ ਦੀਆਂ ਪੁੱਤਰੀਆਂ, ਬੰਤਾ, ਕਦਰੂ, ਦਿੱਤ, ਅਦਿੱਤ। ਫਿਰ ਬੇਨਤੀ ਕਰਦੇ ਮੈਂ ਕੋਈ ਇਤਿਹਾਸ ਨਹੀਂ, ਇਹ ਬਾਣੀ ਹੈ, 10ਵੇਂ ਪਾਤਸ਼ਾਹ ਦੀ ਮੁੱਖ ਵਾਕ। ਬਚਿੱਤਰ ਨਾਟਕ ਦੇ ਰੰਗ ਵਿੱਚ ਹਜ਼ੂਰ ਨੇ ਕਹਿ ਦਿੱਤਾ ਸੀ। ਇਸ ਪ੍ਰਕਾਰ ਮਹਾਰਾਜ ਸਾਹਿਬ ਸਿਰ 'ਤੇ ਹੱਥ ਰੱਖਿਓ ਤੋਏ ਪ੍ਰਸ਼ਾਦ ਤੇਰੀ ਕਿਰਪਾ ਨਾਲ ਇਹ ਮੈਂ ਆਰੰਭ ਕਰਨ ਲੱਗਾ ਹਾਂ, ਤੇ ਤੁਸੀਂ ਕਿ ਮੇਰੇ ਸਿਰ 'ਤੇ ਮਿਹਰ ਭਰੇ ਹੱਥ ਰੱਖੋ। ਮੈਂ ਲੰਬਾ ਚੌੜਾ ਬਹੁਤਾ ਨਾ ਛੇੜਾਂ, ਬਹੁਤ ਵੱਡੀ ਸੁਰਤੀ ਪਿਛੇ ਨੂੰ ਜਾਂਦੀ ਹੈ, ਉਹਨਾਂ ਤੋਂ ਸ੍ਰਿਸ਼ਟੀ ਦੀ ਆਰੰਭਤਾ ਹੋਈ ਹੈ। ਸੋ ਭਾਵ ਇਹ ਬਾਪ ਖਿਦਖੀ ਬਣਾਏ, ਬੰਤਾ ਕਦਰੂ ਦਿੱਤ ਅਦਿੱਤ ਰਖਬਰੀ ਬਣਾਏ, ਨਾਗ ਨਾਗਰਿਪ ਦੇਵ ਸੱਪ ਦੈਂਤ ਲਈ ਉਪਜਾਏ। ਇਸ ਤਰ੍ਹਾਂ ਬਣਦੀਆਂ ਨੇ। ਨਾਗ ਸੱਪ ਤੇ ਸੱਪਾਂ ਦਾ ਰਿਪ ਦੁਸ਼ਮਣ ਕੌਣ? ਗਰੜ। ਤੇ ਗਰੜ ਹੈ ਵਿਸ਼ਨੂੰ ਭਗਵਾਨ ਦਾ ਵਾਹਨ। ਉਹਦਾ ਛੋਟਾ ਭਰਾ ਹੈ ਅਰਨ। ਅਰਨ ਹੈ ਸੂਰਜ ਦਾ ਵਾਹਨ, ਸੂਰਜ ਦਾ ਭਾਵ ਰਥ ਚਲਾਉਣ ਵਾਲਾ। ਇਸ ਪ੍ਰਕਾਰ ਕਦਰੂ ਦੇ ਸੱਪ, ਬੰਤਾ ਦੇ ਗਰੜ ਤੇ ਦਿੱਤ ਦੇ ਦੈਂਤ, ਆਦਿੱਤ ਦੇ ਦੇਵਤੇ। ਉਹਨਾਂ ਦੈਂਤਾਂ ਵਿੱਚ ਸੀ ਹਰਨਾਕਸ਼ ਤੇ ਹਿਰਨਕਸ਼। ਉਹਨਾਂ ਦੇ ਘਰ ਪੁੱਤਰ ਪ੍ਰਹਿਲਾਦ ਪੈਦਾ ਹੋਇਆ, ਜਿਸ ਦੇ ਮੁਤਲਕ ਗ੍ਰੰਥਾਂ 'ਚ ਬਹੁਤ ਕੁਛ ਲਿਖਿਆ ਹੈ। ਦਿਹਾੜਾ ਆਉਂਦਾ ਹੋਲੀਆਂ ਆਦਿਕਾਂ ਦਾ ਆਪਾਂ ਮਨਾਉਂਦੇ ਹਾਂ। ਪ੍ਰਹਿਲਾਦ ਦੀ ਰੱਖਿਆ ਕੀਤੀ ਭਗਵਾਨ ਨੇ ਆਪ, ਥੰਮ ਪਾੜ ਕੇ ਨਿਕਲ ਕੇ 84 ਲੱਖ ਜੂਨ ਵਿੱਚੋਂ ਨਹੀਂ। ਇਸ ਪ੍ਰਕਾਰ ਬੜਾ ਲੰਬਾ ਚੌੜਾ ਇਤਿਹਾਸ ਹੈ। ਉਸ ਪ੍ਰਹਿਲਾਦ ਦੇ ਘਰ ਹੋਇਆ ਵਿਰੋਚਨ, ਵਿਰੋਚਨ ਦੇ ਘਰ ਹੋਇਆ ਬਲ ਰਾਜਾ, ਜਿਹਨੂੰ ਛੱਡਣ ਵਾਸਤੇ ਵਾਮਣਾ ਅਵਤਾਰ ਧਾਰਿਆ ਸੀ। ਫਿਰ ਲੰਬਾ ਸਾਰਾ ਸਰੀਰ ਬਣਾ ਲਿਆ, ਫਿਰ ਧਰਤੀ ਮਿਲ ਲਈ। ਲੰਬੀ ਚੌੜੀ ਸਾਖੀ ਹੈ, ਇਸ਼ਾਰਾ ਕਰਦਾ ਦਾਸ। ਵਿਰੋਚਨ ਦੇ ਘਰ ਫਿਰ ਇਸ ਪ੍ਰਕਾਰ ਬਲ ਪੈਦਾ ਹੋਇਆ। ਬਲ ਦੇ ਘਰ ਵਿੱਚ ਬਾਨਾਸੁਰ ਪੈਦਾ ਹੋਇਆ। ਇਸ ਤਰ੍ਹਾਂ ਇੱਕ ਖਿਣੀ ਇਸ ਪਾਸੇ ਨੂੰ ਚੱਲਦੀ ਹੈ। ਪਿਓ ਇੱਕ ਹੀ ਹੈ, ਮਾਵਾਂ ਵੱਖਰੀਆਂ ਵੱਖਰੀਆਂ। ਤੇ ਆਦਿਤ ਦੇ ਘਰ ਸੂਰਜ ਪੈਦਾ ਹੋਇਆ। ਆਦਿਤਵਾਰ, ਆਦਿਤਵਾਰ ਹੈ ਸੋਈ ਆਦਿਤਵਾਰ। ਇਸ ਤਰ੍ਹਾਂ ਪੰਕਤੀਆਂ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਆਉਂਦੀਆਂ ਨੇ। ਇੱਕ ਇੱਕ ਪੰਕਤੀ ਮਗਰ ਲੰਬਾ ਲੰਬਾ ਖੁਲਾਸਾ ਜੁੜਿਆ ਹੋਇਆ ਹੈ। ਉਹਨੂੰ ਪੜ੍ਹਨ ਤੇ ਸੁਣਨ ਤੇ ਵਿਚਾਰਨ ਦੀ ਲੋੜ ਹੈ। ਸੂਰਜ ਪੈਦਾ ਹੋਇਆ ਸੀ ਚੰਦਰਮਾ ਦੇ ਬੁੱਧ ਤੋਂ, ਬੁੱਧ ਪੁੱਤਰ ਤੋਂ, ਸ਼ਰਾਪ ਦੇਣ ਤੋਂ ਸੜਿਆ ਮੜਿਆ। ਵਿਸ਼ਕਰਮਾ ਜੀ ਨੇ ਜਿਸ ਦੀ ਪੁੱਤਰੀ ਉਹਦੇ ਘਰ ਵਿਆਹੀ ਸੀ, ਧਰਮ ਰਾਜਾ ਉਹਦਾ ਪੁੱਤਰ ਹੈ। ਜਾਂ ਕਾ ਨਾਮ ਸੁਣੇ ਸੁਤ ਭਾਨ ਡਰਿਓ। ਭਾਨ ਸੂਰਜ ਨੂੰ ਕਹਿੰਦੇ, ਸੁਤ ਪੁੱਤਰ ਨੂੰ ਕਹਿੰਦੇ। ਪਰਮੇਸ਼ਰ ਦਾ ਨਾਮ ਸੁਣ ਕੇ ਤਾਂ ਧਰਮ ਰਾਜਾ ਵੀ ਡਰਦਾ ਨਹੀਂ, ਤੇ ਹਰ ਇੱਕ ਨੂੰ ਸਜਾ ਦਿੰਦਾ ਥਾਂ ਪਰ ਥਾਂ। ਇੱਕ ਇੱਕ ਪੰਕਤੀ ਦੇ ਮਗਰ ਇਤਿਹਾਸ ਲੁਕਿਆ ਹੋਇਆ। ਇਸ ਕਰਕੇ ਕਥਾ ਜ਼ਰੂਰੀ ਹੈ। ਬਾਣੀ ਦੀ ਹੋਰ ਗ੍ਰੰਥਾਂ ਦੀ ਵਿਚਾਰ ਕਰਨੀ ਜ਼ਰੂਰੀ ਹੈ। ਫਿਰ ਵਿਸ਼ਕਰਮੇ ਲੈ ਤਿੱਖਣ ਸਾਧਨ, ਫਿਰ ਤੁਸੀਂ ਕੋ ਕੀਨ ਖਰਾਦਨ, ਉੱਪਰ ਕੋ ਤਨ ਛੋਲਨ ਕੀਨੋ। ਛੋਲਿਆ ਛਿੱਲਿਆ ਰਗੜਿਆ, ਨਿਖਸਿਓ ਸੁੰਦਰ ਰੂਪ ਨਵੀਨੋ। ਨਵਾਂ ਰੂਪ ਚਮਕਾ ਵਾਲਾ। ਜਿਹੜਾ ਸੂਰਜ ਵੇਖਦੇ, ਸੂਰਜ ਬੰਸ ਚੱਲੀ। ਸੂਰਜ ਬੰਸ ਦੇ ਘਰ ਫਿਰ ਰਘੂ ਪੈਦਾ ਹੋਇਆ।
रघु दे घर अज राजा पैदा होया, अजे सरोवे भीखिया खाए, इन्नी पंक्ति है। सहस्रदान दे इंद्र रवाया, परशुराम रोवे कर आया। इस प्रकार इस पास बाणी विच महाराज साहब गुरु नानक पातशाह जी दी कदे पढ़ लिओ, सारा शब्द ना पढ़ा, समय नूं बचाउण लई दास इशारा करदा है। उस अज दे घर दशरथ पैदा होया। दशरथ ने 4 पुत्रियां विआहियां सी, 4 शादियां कीतियां। कुशल्या, सुमित्रा, ककेई, इत आरत जिन्हां दे नां हन। कुशल्या की कुख तो भगवान रामचंद्र त्रेते युग का अवतार पैदा होया। ककेई के घर भरत पैदा होया, तो सुमित्रा के घर 2 पुत्र, सो लक्ष्मण ते शत्रुघ्न, ये 4 पुत्र पैदा होए सी जिन्हां तो सो भाव रामचंद्र के पुत्र सीता, सीता ने जो छड़ दिता, बनवास दे दिता, लोगों के ताने मेहने देण तो लोग तो टिकते ही नहीं। दाती नूं कहंदे 2 पासी, एक पासे दंदे, लोगों को 2 पासी नहीं 4 पासी, जो मर्जी कर लगो, कि कुछ ना कुछ लोगों ने कही जाना है, ताने मेहने देण तो। सतवंती सीता बड़ी बंदगी वाली है, बड़ी विद्या तो जाणू है, पैदा कित्थों होई, बड़ा हंकारी होया है। इस प्रकार आमन सब देवते उहदे वस विच सी, अमृत दी बूंद पेट विच पेट विच सी। लंकागढ़ सोने का पाया, मूर्ख रावण क्या ले गया। बाणी की पंक्ति है, 1 लख पूत 1.25 लख नाती, ते रावण कर दिया न बाती। बड़ियां लंबियां लंबियां उम्रां होईयां पिछे, लख लख वरा जी लेंदे सन। संत भगत महात्मा नूं दबका मारिया, इधर आओ ये लिओ साधो, जिवें हुण भी कहिंदे ने कई, जी की हुक्म है दसो, मेरा कर भरो, मेरा टैक्स भरो, कि साढ़े तो कोल कुछ भी नहीं, केवल शरीर ही है, शरीर हाजिर करो। फिर उन्होंने महात्मा के शरीरों चों रकत लहू खून कढ़ लिया, तो मट च पा लिया, कहते जा हंकारिया, ये खून साडा तेरा अंत करू। उसों सीता पैदा हुई सी, जो जनकपुरी के राज में जाके मट ना पिया, हाल पिलाया, निकली। इस प्रकार के भावें 4 भाई रामचंद्र के दूजे भरा जनक के घर ही विआहे सी, ते जेड़े जनक की पुत्री रामचंद्र ने विआही है 53वें गिणती ते सी। सरयुग तो लैके चले आए ने। जेड़ा गद्दी ते बहिंदा उहदा नाम जनक ही हुंदा। इदां गुरु नानक पातशाह 10 स्वरूप ने, तो हुण भी गुरु नानक पातशाह ही अकाल पुरख ही है। इस प्रकार ये चलदियां आईयां 70 75 तक पढ़ियां ने। गद्दियां चलदियां लम्मा लम्मा समा। इस प्रकार गुरमुख होए 2 पुत्र लहू ते कशु। बाल्मीक दे आश्रम ते, बाल्मीक बड़ी बंदगी वाला, बाल्मीक भी 2 होए, याद रखो। एक द्वापर युग विच, ते जिन्हें जग संपूर्ण कीता सी पांडवां दा। एक बाल्मीक त्रेते युग विच। इस प्रकार होया है। उसने जो बंदगी की है, परमेश्वर का नाम बंदियां नूं मारन लई राह घेर लिया महात्मा नूं, फिर मान टुट गया, तो कहते मरा मरा उल्टिया के अखरां नूं मरा मरा, राम तो मरा मरा, तो नाल वर देता आपे सिद्ध हो जू, फिर राम राम। इन्ना घोर तपस्या की, शरीर ते वर्मी जम गई है, शरीर पिंजर ही रह गया, तो मरा मरा राम राम करन तो नहीं हटिया। वो रारा अखर वाहिगुरू मंत्र का है, राम 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 गोविंद गोविंद हर हर। इस प्रकार वासुदेव वासुदेव 4 जपन की बजाय एक ही जप लो, वाहिगुरू वाहिगुरू, तो वड्डियां भारियां प्राप्तियां होणगियां। फिर भगवान जी ने आप प्रगट होकर उसनूं वर्मी चों कढ़िया, बख्शा हुई विद्वान बनिया। उन्हें रामायण लिखी वाल्मीकि ने, एक तुलसी जी ने लिखी, एक पहले रामायण। वाल्मीक ने 2 रामायणा ने, ते 10,000 वरा रामचंद्र के प्रगट होने तो पहला ही लिख दी। इस तरह का होगा, आ कुछ करेगा। इस प्रकार चलता आया। तो राम तीर्थ अमृतसर सर तो थोड़ा परा है, नेड़े कद जाओ, दर्शन कर लियो, एवं किसी का खंडन नहीं करना। हम नहीं चंगे बुरा नहीं कोय, परमत नानक तारे सोए, कबीर सब ते हम बुरे, हम तज भलो सब कोय, जिन ऐसा कर बूझिया, मीत हमारा सोए। मंदा किसे न आख झगड़ा पावना,
ਬੰਦਿਆਂ ਨਾਲ ਵੀ ਈਰਖਾ ਨਹੀਂ, ਤੇ ਪਕੰਬਰਾ ਅਵਤਾਰਾਂ ਨਾਲ ਕਿਉਂ? ਤੇ ਪੁਜਾਰੀ ਇੱਕ ਅਕਾਲ ਪੁਰਖ ਦੇ ਬਣਨਾ ਹੈ, ਸਾਰਿਆਂ ਦਾ ਬਾਪੂ ਹੈ। ਭੁਲੇਖਾ ਦੂਰ ਕਰਨ ਲਈ ਇਹ ਬੇਨਤੀ ਕਰਨੀ ਪੈਂਦੀ ਹੈ, ਨਾਮ ਲੈਣਾ ਪੈਂਦਾ ਹੈ। ਉੱਥੋਂ ਸੀਤਾ ਪੈਦਾ ਹੋਈ ਸੀ ਲਹੂ, ਤੇ ਕਛੂ ਨੂੰ ਆ ਕੇ ਜਨਮ ਦਿੱਤਾ 2 ਪੁੱਤਰਾਂ ਨੂੰ। ਬਾਲਮੀਕ ਦੇ ਅਸਥਾਨ 'ਤੇ ਫਿਰ ਰਾਜ ਭਾਗ ਦੇ ਅੰਤ ਨੂੰ ਮਾਲਕ ਬਣੇ। ਜਦੋਂ ਮਰਿਆ ਹੋਇਆਂ ਨੂੰ ਜਿਉਂਦਿਆਂ ਕੀਤਾ, ਸਤਵੰਤੇ ਪੁਣੇ ਵਿੱਚ ਸਾਡੀਆਂ ਬੱਚੀਆਂ ਭੈਣਾਂ ਬੀਬੀਆਂ ਸਤਵੰਤੀਆਂ ਹੋਣਾ ਚਾਹੀਦਾ ਹੈ। ਬਿਨ ਪਿਰ ਪੁਰਖ ਨ ਜਾਣੀ, ਸਾਚੇ ਗੁਰ ਕੈ ਹੇਤ ਪਿਆਰ। ਆਪਣੇ ਮਾਲਕ ਤੋਂ ਬਿਨਾਂ ਹੋਰ ਬੰਦਾ ਕੋਈ ਹੈ ਹੀ ਨਹੀਂ ਦੁਨੀਆ 'ਤੇ, ਸਭ ਇਸਤਰੀਆਂ ਹੀ ਨੇ। ਇਹੋ ਜਿਹੀ ਰੁਚੀ ਹੋਵੇ ਤੇ ਵੀਰ ਏਕਾ ਨਾਰੀ ਜਤੀ ਹੋਏ, ਪਰ ਨਾਰੀ ਧੀ ਭੈਣ ਵਖਾਣੇ। ਇਹ ਸਾਨੂੰ ਹੁਕਮ ਹੈ ਮਹਾਰਾਜ ਸਾਹਿਬ ਜੀ ਦਾ। ਅੱਜ ਦੁਨੀਆ ਦੇ ਲੋਕਾਂ ਵੱਲ ਧਿਆਨ ਮਾਰ ਕੇ ਵੇਖ ਲਓ, ਦਾਸ ਬਾੜ ਫਿਰਦਾ ਆਇਆ ਹੈ। ਅਰਬ ਦੇ ਲੋਕ ਸਾਰੇ ਢਕੇ ਹੋਏ ਸਿਰ ਤੋਂ ਪੈਰਾਂ ਤੱਕ, ਕੈਦ ਕੀਤੀਆਂ ਹੋਈਆਂ ਬੀਬੀਆਂ। ਤੇ ਦੂਜੇ ਲੋਕ ਜਿਹੜੇ ਨੇ ਸੋ ਇਹਨਾਂ ਗੋਰਿਆਂ ਦੇ ਦੇਸ਼ਾਂ ਵਾਲੇ, ਉਹ ਸਾਰੇ ਨੰਗੇ ਹੀ ਤੁਰੇ ਫਿਰਦੇ ਆ। ਇੱਕ ਨਵੀਂ ਮਾਤਾ ਚਲੀ ਗਈ, ਵੇਖ ਕੇ ਕਹਿੰਦੀ ਹਾਏ ਹਾਏ, ਤੇ ਹੈ ਤੇ ਬਹੁਤ ਕੁਛ ਹੈ, ਪਰ ਕੱਪੜੇ ਦੀ ਬੜੀ ਘਾਟ ਹੈ। ਲੋਕ ਨੰਗੇ ਤੁਰੇ ਫਿਰਦੇ ਆ। ਇਹੋ ਜਿਹੀ ਹਾਲਾਤ ਹੈ। ਤੁਸੀਂ ਕਿਹੋ ਜਿਹਾ ਲਿਬਾਸ ਬਣਾਉਣਾ ਹੈ? ਗੋਰਿਆਂ ਵਾਲਾ ਬਣਾਉਣਾ ਕਿ ਮੁਸਲਮਾਨਾਂ ਵਾਲਾ ਬਣਾਉਣਾ? ਅਸੀਂ ਗੁਰੂ ਨਾਨਕ ਦੇ ਸਿੱਖ ਹਾਂ। ਸਿੱਖ ਗੁਰੂ ਨਾਨਕ ਦੇ ਕਹਾਈਏ ਨਾਮ ਨਾਲ ਕੌਰ ਲੱਗੇ, ਸਿੰਘ ਲੱਗੇ, ਤੇ ਹੋਵੋ ਰਲ ਗੱਡ, ਨਾ ਉੱਧਰ ਜੋਗੇ ਤੇ ਨਾ ਉੱਧਰ ਜੋਗੇ। ਇਹ ਸਾਡੇ ਗਿਆਨ 'ਚ ਵਾਧਾ ਕਿਵੇਂ ਹੋਵੇਗਾ? ਅਸੀਂ ਪ੍ਰਚਾਰਕ ਬੇਨਤੀ ਨਾ ਕਰਾਂਗੇ ਤੇ ਕਿੱਦਾਂ ਪਤਾ ਸਾਨੂੰ? ਚਲੋ ਲਓ ਤੇ ਕਛੂ ਪੈਦਾ ਹੋਏ ਤੇ ਆਪਣਾ ਪਿਤਾ, ਆਪਣੀ ਫੌਜ, ਆਪਣੇ ਚਾਚੇ ਆਦਿ ਸਾਰੇ ਮਾਰ ਲਏ ਸਨ। ਤੇ ਸੀਤਾ ਨੇ ਫਿਰ ਚਾਹਿਆ ਤਨ ਤੇ ਕਾਢੂ, ਜੋ ਗਗਨ ਪਰਾਸ਼ ਛਾਡੂ, ਭਈ ਗਗਨ ਤੇ ਬਾਣੀ ਤੈਸੀ ਅਗ ਭਈ ਯਾਨੀ। ਜੋ ਮਨ ਬਚ ਕਰਨ ਸਹਿਤ ਰਾਮ ਬਿਨਾ ਨਹੀਂ ਔਰ, ਤੋ ਰਾਮ ਸਰ ਸਭੇ ਜੀਏ ਕਹਿਓ ਸਿਆ ਤੇ ਠੌਰ। ਬਚਨ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਕਰਕੇ, ਬਚਨਾ ਕਰਕੇ, ਸਰੀਰ ਕਰਕੇ ਮੈਂ ਸਤਵੰਤੀ ਹਾਂ। ਮਨ ਕਰਕੇ ਵੀ, ਕੋਈ ਸਰੀਰ ਕਰਕੇ ਬਚਿਆ ਪਰ ਮਨ ਕਰਕੇ ਡੋਲਿਆ ਹੈ। ਉਹ ਕਿਸ ਤਰ੍ਹਾਂ ਬਚਿਆ ਤੇ ਕਿਸ ਤਰ੍ਹਾਂ ਡੋਲਿਆ? ਨਹੀਂ, 4 ਸਵੇਰਾ ਸਤਵੰਤੀ ਹੈ। ਇਸ ਤਰ੍ਹਾਂ ਫਿਰ ਸਾਰੇ ਜਿਉਂਦੇ ਕੀਤੇ ਸੀ। ਸਮਾਂ ਗੁਜ਼ਰਿਆ, ਉਹਨਾਂ ਵਿੱਚੋਂ ਲਹੂ ਦੇ ਨਾਂ ਤੋਂ ਲਾਹੌਰ, ਜਿਹਨੂੰ ਲਾਹਪੁਰ ਕਹਿੰਦੇ ਹੈ, ਤੇ ਕਛੂ ਦੇ ਨਾਂ 'ਤੇ ਕਸੂਰ, ਇਹ ਰਾਜਧਾਨੀਆਂ ਨੇ ਪੰਜਾਬ ਦੀ ਧਰਤੀ। ਪੰਜਾਬ ਬੜਾ ਵੱਡਾ ਸੀ। ਪੰਜਾਬ ਦਿੱਲੀ ਦੇ ਏਅਰਪੋਰਟ ਤੱਕ ਸੀ ਕਦੇ। ਸਮੇਂ ਨੂੰ ਭਾਵ ਘਟਾਉਂਦਿਆਂ ਵੱਢਦਿਆਂ ਕੱਟਦਿਆਂ, ਤੇ ਭਗਵਾਨ ਰਾਮ ਨੇ ਬਣਾਏ ਨੇ। ਜਿਹੜਾ ਘੜਾਮ ਨਗਰ ਹੈ, ਜਿੱਥੋਂ ਸਜਦ ਭੀਖਣ ਸ਼ਾਹ ਹੋਇਆ, 10ਵੇਂ ਪਾਤਸ਼ਾਹ ਦਰਸ਼ਨ ਕਰਨ ਵਾਲਾ, ਜਾਣਨ ਵਾਲਾ, ਉੱਥੋਂ ਦਾ ਵਸਨੀਕ ਰਾਜਾ ਦਸ਼ਰਥ ਕਸ਼ਲਿਆ ਨੂੰ ਵਿਆਹੁਣ ਵਾਸਤੇ ਇਸ ਨਗਰ ਵਿੱਚ ਆਇਆ ਸੀ। ਸ਼ਾਇਦ ਕੋਈ ਹੋਰ ਵੀ ਨਾ ਹੋਵੇ। ਪੇਕੇ ਪੰਜਾਬ ਵਿੱਚ ਨੇ ਕਸ਼ਲਿਆ ਦੇ। ਇਹੋ ਜਿਹੀ ਪਵਿੱਤਰ ਧਰਤੀ ਦੁਨੀਆ ਦੇ ਵਰਲਡ 'ਚ ਤੁਹਾਨੂੰ ਕਿਤੇ ਨਹੀਂ ਮਿਲ ਸਕਦੀ। 10 ਸਰੂਪਾਂ ਨੇ ਇੱਥੇ ਉਤਾਰ ਲਿਆ ਹੋਵੇ, ਕਿਰਪਾ ਕੀਤੀ, ਬੜੀ ਬਖਸ਼ ਕੀਤੀ। 2 ਕੋਲਾਂ ਚੱਲ ਪਈਆਂ, ਦੋਵਾਂ ਦੇ 2 ਸ਼ਹਿਰ ਹੁਣ ਤੱਕ ਮੌਜੂਦ ਨੇ, ਮੌਜੂਦ ਚੱਲਦੇ ਆਏ ਨੇ। ਇਸ ਪ੍ਰਕਾਰ ਗੁਰਮੁਖੋ ਮਹਾਰਾਜ ਸਾਹਿਬ ਸਾਨੂੰ ਲਿਖ ਕੇ ਦੇ ਗਏ ਨੇ, ਤੇ ਮੰਨੀਏ ਸੁਣੀਏ ਪੜ੍ਹੀਏ ਨਾ, ਤੇ ਫਿਰ ਕਸੂਰ ਕੀ ਦਾ? ਸਮਾਂ ਗੁਜ਼ਰਦਾ ਗਿਆ, ਬੜਾ ਭਾਰੀ ਝਗੜਾ ਵਧਿਆ। ਉਹ ਝਗੜੇ ਵਿੱਚ ਬੜਾ ਭਾਰੀ ਜੰਗ ਯੁੱਧ ਲਿਖਿਆ ਮਹਾਰਾਜ ਸਾਹਿਬ ਨੇ, ਲੰਮਾ ਚੌੜਾ। ਲੰਮੇ ਚੌੜੇ ਜੰਗ ਵਿੱਚ ਅੰਤ ਨੂੰ ਕਸੂਰ ਵਾਲਾ ਕਾਲ ਕੇਤ ਜਿੱਤ ਗਿਆ, ਤੇ ਕਾਲ ਰਾਏ ਲਾਹੌਰ ਵਾਲਾ ਹਾਰ ਗਿਆ। ਭਗਤੀਆਂ ਕਾਲ ਕੇਤ ਪਿਓ ਬਲੀ ਪਾਰਾ, ਕਾਲ ਰਾਜ ਜਨ ਨਗਰ ਨਿਕਾਰਾ। ਭਾਜ ਸਨੌੜ ਦੇਸ਼ 'ਤੇ ਗਏ ਤੇ ਭੂਪਜਾ ਵਿਆਪਤ ਪਏ। ਭੂਪਜਾ ਰਾਜੇ ਦੀ ਪੁੱਤਰੀ ਸਨੌੜ ਦੇਸ਼, ਮਥੁਰਾ, ਆਗਰਾ ਜਿਹਨੂੰ ਕਹਿੰਦੇ ਹੈ, ਅਮਰਕੋਟ ਜਿਹਨੂੰ ਕਹਿੰਦੇ, ਇਹਨਾਂ ਇਲਾਕਿਆਂ ਵਿੱਚ ਕਾਲ ਕੇਤ ਕਸੂਰ ਦੇ ਕਸ਼ੂ ਦੀ ਕੋਲ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ। ਇਸੇ ਪ੍ਰਕਾਰ ਲਾਹੌਰ ਵਾਲੇ ਲਹੂ ਦੀ ਕੁਸ਼ ਵਿੱਚ ਸੋਢੀ ਪਾਤਸ਼ਾਹ ਗੁਰੂ ਰਾਮਦਾਸ ਨੇ। ਤੇ ਸੋਢੀ ਪਾਤਸ਼ਾਹ ਗੁਰੂ ਰਾਮਦਾਸ ਤੋਂ ਲੈ ਕੇ ਹੁਣ ਤੱਕ ਸਾਰੇ ਅਸੀਂ ਸੋਢੀ ਹਾਂ। ਕਿਉਂ? ਗੁਰੂ ਦੇ ਪੁੱਤਰ ਜੋ ਕਹਾਉਂਦੇ ਹੈ। ਇੱਕ ਪੁੱਤਰ ਸਰੀਰ ਤੋਂ ਪੈਦਾ ਹੁੰਦਾ, ਉਹਨੂੰ ਬਿੰਦੀ ਕਿਹਾ ਜਾਂਦਾ ਹੈ। ਇੱਕ ਪੁੱਤਰ ਸ਼ਬਦ ਤੋਂ ਪੈਦਾ ਹੁੰਦਾ, ਉਹਨੂੰ ਨਾਦੀ ਕਿਹਾ ਜਾਂਦਾ ਹੈ। ਅਸੀਂ ਨਾਦੀ ਪੁੱਤਰ ਹਾਂ। 5 ਪਿਆਰਿਆਂ ਦੇ ਰੂਪ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ, ਸੂਰਜਵੰਸ਼ੀ ਕੋਲ ਸਾਡੀ। ਯਾਦ ਰੱਖੋ ਸਾਰੇ ਵੀਰ ਮਾਈ ਭਾਈ,
सो बहुत मर गए थोड़े बचे, कला कदे भी चंगी नहीं। कलह बुरी संसार वाधे खपीए, खप कबाए हुंदा किसी की जित किसी की हार हुंदी है। उथों दे राजे दा कुछ राज दबा लिया, सारा मरना चाहया काल राज ने। उस मौका उसने अपने वजीर भेजे कि तू राज घराने का पुत्र है तो मैं भी राजा हाँ। कदे भी कोई अपना राज मरे तो बिना दूजे नूं नहीं दिंदा। ਇਹ ਸਿੱਧਾ ਭਾਵ ਸਿੱਧਾ ਨੱਕ ਫੜ, ਸਿੱਧੇ ਕੰਨ ਫੜ, ਮੇਰਾ ਪੁੱਤਰ ਬਣ, ਜਵਾਈ ਬਣ, ਬੱਚਾ ਬਣ, ਮੇਰੀ ਇੱਕੋ ਇੱਕ ਪੁੱਤਰੀ ਹੈ, ਉਹਨੂੰ ਆ ਕੇ ਵਿਆਹ ਲਾ, ਇਹ ਰਾਜ ਭਾਗ ਮੈਂ ਤੈਨੂੰ ਦਾਜ ਵਿੱਚ ਦੇ ਦਿੰਦਾ। ਉਹ ਖੁਸ਼ ਹੋ ਗਿਆ ਕਾਲ ਰਾਏ। ਸੋਢਾ ਉਹਦੀ ਬੱਚੀ ਦਾ ਨਾਂ ਸੀ, ਉਸ ਤੋਂ ਪੁੱਤਰ ਪੈਦਾ ਹੋਇਆ ਸੋਢੀ ਰਾਏ, ਕਿਉਂਕਿ ਕਾਲ ਰਾਏ ਪਿਤਾ ਨੂੰ ਕਹਿੰਦੇ ਸੀ, ਰਾਏ ਪਿਤਾ ਦਾ ਨਾਮ ਹੈ ਤੇ ਸੋਢਾ ਮਾਂ ਦਾ ਨਾਮ ਹੈ, ਦੋਵਾਂ ਦਾ ਨਾਮ ਮਿਲਾ ਕੇ ਸੋਢੀ ਰਾਏ ਉਹਦਾ ਨਾਂ ਰੱਖਿਆ। ਇਸ ਪ੍ਰਕਾਰ ਜਿਵੇਂ ਸ੍ਰੀ ਹਰਿਕ੍ਰਿਸ਼ਨ ਧੰਨ ਗੁਰੂ ਮਹਾਰਾਜ ਸਾਹਿਬ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਮਾਤਾ ਕ੍ਰਿਸ਼ਨ ਕੌਰ ਹੈ ਤੇ ਹਰਿ ਰਾਏ ਪਿਤਾ ਹੈ ਸ੍ਰੀ ਹਰਿਕ੍ਰਿਸ਼ਨ, ਰਲਾ ਕੇ ਰਾਮ ਕੌਰ ਪੁੱਤਰ ਰਾਮ ਰਾਏ, ਅੱਧਾ ਪਿਤਾ ਦਾ ਨਾਂ ਤੇ ਅੱਧਾ ਮਾਤਾ ਦਾ ਨਾਂ। ਰਿਵਾਜ ਸੀ ਕੁਝ ਗੋਰਿਆਂ ਦਾ ਵੀ ਰਿਵਾਜ ਹੈ, ਜਿਹੜਾ ਭਾਵ ਬੰਦੇ ਦਾ ਨਾਂ ਹੈ ਉਹੀ ਪਤਨੀ ਦਾ, ਪਤੀ ਦਾ ਨਾਂ ਉਹੀ ਪਤਨੀ ਦਾ ਰੱਖਣਾ। ਇਸ ਪ੍ਰਕਾਰ ਉਹ ਵੀ ਬਹੁ ਗਿਣਤੀ ਕਰਦੇ, ਚੰਗੀਆਂ ਨੀਤੀਆਂ ਨੇ, ਮਾੜੀਆਂ ਨਹੀਂ। ਇਸ ਪ੍ਰਕਾਰ ਇਹ ਗੁਰਮੁਖੋਂ ਚੱਲਦਾ ਆਇਆ। ਰਾਜ ਕਰਦਿਆਂ ਕਰਦਿਆਂ ਕਾਲ ਰਾਏ ਦੀ ਸੋਢੀ ਪੁੱਤਰ ਤੋਂ 5ਵੀਂ ਪੀੜ੍ਹੀ ਦਸੋਂ ਪਾਤਸ਼ਾਹ ਨੇ ਲਿਖਿਆ ਜੇ ਪੰਨ ਨੂੰ ਛੱਡ ਦੇਵਾਂਗੇ, ਜੇ ਇਹਨਾਂ ਪਖੰਡੀਆਂ ਦਾ ਜ਼ੋਰ ਪੈ ਗਿਆ ਕਿ ਦਸਮ ਗ੍ਰੰਥ ਗਲਤ ਹੈ ਛੱਡ ਦਿਓ, ਤਾਂ ਫਿਰ ਕੀ ਬਣੋ, ਕਿੱਥੋਂ ਪਤਾ ਲੱਗੂ। 5ਵੀਂ ਪੀੜ੍ਹੀ ਵਿਜੇ ਰਾਏ ਹੋਇਆ, ਉਹਨੂੰ ਪਤਾ ਲੱਗਾ ਵੀ ਸਾਡਾ ਮੁੱਢ ਤਾਂ ਪੰਜਾਬ ਹੈ, ਸਾਨੂੰ ਪੰਜਾਬ ਤੋਂ ਕੱਢ ਦਿੱਤਾ ਹੋਇਆ, ਇਸ ਤਰ੍ਹਾਂ ਇਹ ਜੰਗ ਯੁੱਧ ਹੋਇਆ ਅਤੇ ਮੈਨੂੰ ਵੈਰ ਲੈਣਾ ਚਾਹੀਦਾ ਹੈ। ਉਧਰ ਹੈ ਧੀਰ ਰਾਏ 5ਵੀਂ ਪੀੜ੍ਹੀ, ਇਸ ਨੇ ਫੌਜ ਲੈ ਕੇ ਹਮਲਾ ਕੀਤਾ। ਉਸ ਹਮਲੇ 'ਚ ਬੜਾ ਭਾਰੀ ਜੰਗ ਹੋਇਆ, ਬੜੇ ਮਰੇ ਕੁਝ ਬਚੇ, ਉਹਨਾਂ ਵਿੱਚੋਂ ਸੋ ਲਵੀ ਸਰਬ ਜੀਤੇ, ਕਸੀ ਸਰਬ ਹਾਰੇ, ਬਚੇ ਬਲੀ ਪ੍ਰਾਣ ਲੈ ਕੇ ਸੁਧਾਰੇ। ਇਸ ਪ੍ਰਕਾਰ ਕਸੂਰ ਵਾਲੇ ਹਾਰ ਗਏ ਅਤੇ ਲਾਹੌਰ ਵਾਲੇ ਜਿੱਤ ਗਏ। ਜਿਹੜੇ ਬਚੇ ਉਹਨਾਂ ਵਿੱਚੋਂ ਚਲੇ ਗਏ ਅਯੁੱਧਿਆ ਆਦਿਕ ਵਾਲੇ ਪਾਸੇ, ਉਸ ਠਾਕਰ ਸੁਣਾਉਂਦੇ ਨੇ, ਉਹਨਾਂ ਵਿੱਚੋਂ ਇੱਕ ਅੰਮ੍ਰਿਤ ਰਾਏ ਹੋਇਆ ਅਤੇ ਉਹਦੇ ਨਾਲ ਹੋਰ ਸਾਥੀ ਉਹ ਕਾਂਚੀ ਚਲੇ ਗਏ। ਕਾਂਚੀ ਜਾ ਕੇ ਵਿਦਿਆ ਪੜ੍ਹੀ, ਵੇਦ ਚਾਰ ਪੜ੍ਹੇ, ਕਿਤਾਬੀ ਕੀੜੇ ਨਹੀਂ ਸਾਡਿਆਂ ਵਰਗੇ ਬੜਾ ਪੜ੍ਹ ਲਿਆ, ਜੇਤਾ ਪੜ੍ਹਿਆ ਤੇਤਾ ਕੜਿਆ, ਉਹ ਤੀਰਥ ਭਵਿਆ। ਇਹ ਤਾਂ ਆਦਿਕ ਨਹੀਂ, ਇਵੇਂ ਪ੍ਰਾਪਤੀ ਨਾਲ ਬੰਦਗੀ ਵੀ ਹੈ, ਨਾਲ ਸਿਮਰਨ ਵੀ ਹੈ। ਔਰ ਉਪਦੇਸ਼ ਆਪ ਨ ਕਰੇ, ਆਵਤ ਜਾਵਤ ਜਨਮੇ ਮਰੇ, ਔਰੇ ਕੋ ਉਪਦੇਸ਼ ਤੇ ਮੁਖ ਮੇਂ ਪਰ ਹੈ ਰੇਤ, ਰਾਸ ਮੁਠਾਨੀ ਰਾਖ ਦੇ ਖਾਇਆ ਕਰ ਕਾ ਖੇਤ। ਸੋ ਇਸ ਪ੍ਰਕਾਰ ਚਤੁਰਵੇਦ ਪਠਿਅੰ ਕੀਨੋ ਕਾਂਸ਼ ਵਾਸਨ, ਧਨੇ ਬਰਸ ਕੀਓ ਤਾਹਾਂ ਹੀ ਨਿਵਾਸਨ। 4 ਵੇਦ ਪੜ੍ਹੇ ਨੇ ਅਤੇ ਜੀਵਨ ਵੀ ਹੈ ਨਾਲ, ਬੜਾ ਉੱਚਾ ਸੱਚਾ ਜੀਵਨ, ਬੜੀ ਵਿਦਿਆ ਹਾਸਲ ਕੀਤੀ, ਬੜੀ ਦਿਗ ਵਿਜੇ ਪ੍ਰਾਪਤ ਕੀਤੀ। ਗੁਰਮੁਖੋ ਅੰਮ੍ਰਿਤਸਰ ਸਾਹਿਬ ਦੀ ਧਰਤੀ ਬੜੀ ਪਵਿੱਤਰ ਹੈ, ਸਰ ਯੁੱਗ ਤੋਂ ਲੈ ਕੇ ਮੈਂ ਸਾਖੀਆਂ ਪ੍ਰਮਾਣੇ ਇਸ ਪਾਸੇ ਸ਼ੁਰੂ ਕਰਦੇ, ਮੈਂ ਸਮਾਂ ਲੰਘ ਜਾਊ। ਇੱਥੇ ਮਹਾਤਮਾ ਬੰਦਗੀ ਵਾਲੇ ਪਿਛਲੇ ਯੁੱਗਾਂ 'ਚ ਰਹਿੰਦੇ ਰਹੇ ਨੇ। ਇੱਥੋਂ ਅੰਮ੍ਰਿਤ ਦੀ ਪ੍ਰਾਪਤੀ ਹੋਈ ਸੀ ਦੁਆਪਰ ਯੁੱਗ ਵਾਲਿਆਂ ਨੂੰ। ਇੱਥੇ ਸੰਤ ਭਗਤ ਅਤੇ ਕਾਲ ਰਾਏ ਉਦੋਂ ਰਾਜ ਸੀ ਸੋਢੀਆਂ ਦੇ ਵਿੱਚ। ਉਹ ਸੰਤ ਸੇਵੀ ਮਹਾਤਮਾ ਸੁਭਾਅ ਦਾ ਸੀ, ਸੰਤਾਂ ਭਗਤਾਂ ਕੋਲ ਆ ਕੇ ਰਿਹਾ ਕਰਦਾ। ਸੱਕੀ ਅਤੇ ਬਿਆਸ ਆਦਿਕ ਦਾ ਮਿਲਾਪ ਇੱਥੇ ਹੋਇਆ ਕਰਦਾ। ਸੰਘਣੀ ਚੰਗੀ ਸੁੰਦਰ ਰੁੱਖ ਜਿਨ੍ਹਾਂ 'ਚ ਹੁਣ ਵੀ ਬੇਰੀਆਂ ਦਰਸ਼ਨ ਦਿੰਦੀਆਂ ਨੇ ਤੁਹਾਨੂੰ, ਫੁੱਲ ਅਤੇ ਬੂਟੇ ਅਤੇ ਅੰਮ੍ਰਿਤਸਰ ਦਾ ਨਾਂ, ਅੰਮ੍ਰਿਤਸਰ ਦਾ ਨਾਂ ਪਹਿਲੇ ਵੀ ਅੰਮ੍ਰਿਤਸਰ ਰਿਹਾ, ਫਿਰ ਮਿਟ ਗਿਆ ਅਤੇ ਨਾਂ ਲੀਲਾਵੰਤੀ ਰਿਹਾ। ਉਹ ਮਿਟ ਗਿਆ ਅਤੇ ਫਿਰ ਇਸ ਗੁਪਤ ਨਾਮ ਨੂੰ ਪ੍ਰਗਟ ਕੀਤਾ ਚੌਥੇ ਪਾਤਸ਼ਾਹ 5ਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ। ਇਹ ਯਾਦ ਰੱਖਣ ਦੀ ਜ਼ਰੂਰੀ ਲੋੜ ਹੈ, ਨਹੀਂ ਤਾਂ ਪਖੰਡੀਆਂ ਦਾ ਦਾਲ ਲੱਗ ਜਾਊ। ਇਹ ਜਿਹੜਾ ਪਹਿਲਾ ਅੰਮ੍ਰਿਤਸਰ ਸੀ ਉਹ ਕੌਣ ਹੈ, ਜਿਹੜਾ ਬਾਣੀ 'ਚ ਲਿਖਿਆ ਹੈ, ਰਾਮਦਾਸ ਉਹ ਪਹਿਲਾਂ ਵੀ ਲਿਖਿਆ ਹੈ। ਇਸ ਤਰ੍ਹਾਂ ਉਹ ਟਬਲਾ ਲਾਉਣਗੇ ਤੁਹਾਨੂੰ, ਇਸ ਥਾਂ 'ਤੇ ਰਹਿੰਦੀਆਂ ਚਿਰ ਬਾਅਦ ਹੋਣੀ ਵੀ ਝੱਟ ਪਤਾ ਚੱਲ ਜੂ। ਦੇਸਾਂ ਪ੍ਰਦੇਸਾਂ 'ਚ ਬੜੀ ਮਹਿਮਾ ਸੁਣੀ ਅੰਮ੍ਰਿਤ ਰਾਏ ਕਥਾਵਾਚਕ। ਉਸ ਮੌਕਾ ਦੇ ਬੇਦੀ ਜਿਨ੍ਹੇ ਵੇਦ ਪਠੇ, ਉਸ ਬੇਦੀ ਕਹਾਏ, ਤਿੰਨ ਧਰਮ ਕੇ ਕਰਮ ਨੀਕੇ ਚਲਾਏ, ਨੀਕੇ ਨਾਮ ਹੈ ਚੰਗਿਆਂ ਦਾ।
ये पंक्तियां गुरु गोबिंद सिंह जी दीयां 10वें ग्रंथ विचित्र नाट के विचों मुल्क राय नूं पता लगा भी वो कौन होए। साडी कोल तो इक्को ही है, मुੱਢੋਂ शुरू आउंदे साडी कोल विचों ही ने। तो फिर उसने एक चिट्ठी लिखी अपने एलची नूं दित्ती, जाके उन्हां बेदियां नूं मेरे वल्लों बेनती कर, ये आके मदर धरती ते मदर देश हमको ले आए, पांच पांच दाइयां नूं बुलाए। मदर देश पंजाब नूं कहंदे, पंजाब दी धरती नूं। इस प्रकार वो रुका लैके चिट्ठी लैके जदों एलची आया इन अमृत राय बेदियां दे कोल, चिट्ठी बड़े ध्यान नाल पढ़ी है तो बड़े भारी प्रसन्न होए। जो बेनतियां लिखियां सी उन्हां नूं सुन के चले विचतर बैठी मदर देसम प्रणाम कियो अन कह के नरेसम। सो धनु बेद की भुगतां ते कराई, सभे पास बैठे सो बीज भाई। श्याम बेद पठ्यं ऋग बेद कथ्यं, सो थर्वण जुद्र वेद कथ्यं थर्वण वेद कथ्यं, करे पाप हथ्यं थर्वण वेद कथ्यं, सुने पाप नठ्यं, राहरी राजा दिया सर्व साजा। पहला है श्याम वेद, उसकी कथा धुन होई ते सारे भरा ते होर संगतां अमृतसर की धरती है बह के सुनी। ते झरे कसंबल पाप तेरे मनुआ, अमृत कथा संत संग सुनुआ। सब ते उत्तम हर की कथा, नाम सुनत दर्द दुख लथा। बड़ी महिमा गुरबाणी की कथा नाल जीवन भी चाहिए, मेरे वर्गा ढिला ना होवे। जुजरवेद फिर पढ़िया, तीजा फिर ऋगवेद पढ़िया तो नाल हत्थां दे इशारे कीते। अथर्वण वेद चौथा पढ़िया तो मन इन्ना वैरागी हो गया, इन्ना त्यागी हो गया। जेड़े राज तो पीढ़ियां दर पीढ़ी सैकड़े बड़े लड़ते रहे सी, वो वेद की कथा के भोग ते मत्था टेक दिता। चतुर्वेद पढ़न तो चौथे वेद वेड़े प्रसन्न होके बचन कीते। उस मौका अमृतराय ने कहना कीता, तृतीया वेद सुन बे तुम किया, चतुर्वेद सुन भूखो दिया। तीन जन्म हमें जब धर हैं, चौथे जन्म गुरु तो कर हैं। बेदी पे प्रसन्न राज कह पाए कह, दिल भ्यो वरदान हिए उलसाए कह। जब कल में नानक हम आन कहाए हैं, हम जगत पूज कर तोहे परम पद पाए हैं। तिन बेदियन की कुल विखे परगटे नानक राय, सब सिखन को सुख दे जय है तह है भय सहाय। दसम पातशाह के बचन ने बार बार दसना पैंदा भी इतिहास नहीं, किसी कवीश्वर की कविता नहीं, कलगीधर की लिखती मुख वाक बाणी है। तीन वेद सुने ने, चौथे वेद वेले मन च विराग इन्ना उछाले मारिया। राज भाग सरबंस दान उस काल राय ने, समारा साहब बेदियां नूं अर्पण कर दिता ते बेदी अमृत राय ने वर दिता। सो कलयुग विच असीं नानक अवतार लवांगे ते चौथे सरूप वेले जिवें तुसां सानूं ये राज देता ते चौथा सरूप तुहानूं गुरु बनावांगे। इनू भाई गुरदास जी ने भी पहलों लिखिया है। दिचे पूर्व देवना जिस कोई बस्त से कर आवै, बैठा सोढ़ी पातशाह रामदास सतगुरु कहावै। पूर्ण ताल अमृत सर्व जोर गावै, उल्टा खेल समझदा उसकी गंग सुमत समावै। फिर आई कर अर्जने पुत संसारी गुरु कहावै, जानना देसा सोढ़ियों होर अजर ना जरिया जावै। घर ही की बस्त घरे रहावै, ये अजर होर पासों नहीं जरिया जाना। बीबी भानी ने सेवा की सी ना अपने पिता गुरु अमरदास महाराज साहब जी की। सतवंती सी, भागा वाली आत्मा सी। जो प्रसन्न होकर पुछया मंग के चाहनी है कि कृपा करो, गुरता गद्दी बदलती रही है, सेवक लै जाता मेरे घर च रहे। कहते फिर खून डोल के वर मंगया तो खून डोलने पैनी है। कहती ये हज़ार होर पासों जरिया भी नहीं जाना। जा फिर आने वाला समा, पिता गुरु तुम गुर तुम कंता, पुत्र गुरु पुन पोत्र महंता। इन्ने बार मिले बीबी भानी नूं गुरु अमरदास जी ने, हुण तेरे पिता असीं गुरु हैं, फिर तेरा कंत पति गुरु, फिर तेरा पुत्र गुरु अर्जन साहब गुरु, फिर तेरा पोतरा हरगोबिंद साहब गुरु, फिर पड़ोतरे तेरे हरगोबिंद के दूजे स्वरूप 10वें स्वरूप तक तेरे घर की रहूगी 7 पीढ़ियां गद्दी। इस प्रकार ये प्राप्ति हुई है। तो हुण तक इस करके बेनती की, सब तो बड़ा तो कालपुरख है, दूजे नंबर पर बड़े गुरु नानक पातशाह, तो तीजे नंबर पर बड़े फिर गुरु रामदास है, जिन्हों च घर च होने तक गद्दी है तो गां चलती रहनी है। इस प्रकार हजूर सच्चे पातशाह महाराज साहब किन्नी गमता है
किन्नी क अंतरजामता है, किन्नी क दिव्य दृष्टि है भाई गुरदास जी की। आने वाला समा भी लिख दिता, तो पहला भी पूर्वला भी पिछले युगों का लिख दिता। किन्नी पहुँच सी भाई गुरदास जी की। इस तरह होया गुरु नानक महाराज सब सच्चे पातशाह जी ने अवतार लैके पहली परोपकारी की इतिहास विचों ही मिलू ना। सरमते करते सह सुभाए, लापरवाही चल कर आए, हुतो कथापुरा जे थाना ते भी ठंडे, किरपा निधाना सो देख दयात करना आई। इत आ सच्चे पास मंच दया आई। ठंडे खड़े होने नूं कहंदे ने, किरपा दे निधान खजाने गुरु नानक पातशाह। कशापुरा गौ बद पाप अबलोका, सो पूर्व ताप लख रिस रोका। पूर्वला ताप जान के उन्होंने बचड़ां दा, उन्होंने पठाणा दा ते रिस गुस्सा दे मन च आया सी, पर रोक लिया। फिर भी कह दिता लाहौर शहर जहर कहर सभा पैर। जाओ गऊआं वध करन वालिओ, बकरे जानवर मारन वालिओ, हुण पराजा तुसीं नास ना ते नास करन हित धारी। कदम क्रोध गिरा उचारी। गिरा रसना का भाव बाणी नूं कहंदे ने। नाश करन दा इरादा बनाया, तुहानूं नाश ही करदे आ। बेजमानियां नूं बेदर्द ढिठक नाल विचड़पणे नाल कसाईपणे वाले जानवरां नूं मारदे हो। ते चलो हुण रोक लैने, तुहाडा ताप हैगा, तुहाडी मंग हैगी है। फिर भी ये श्राप दे ही दिता। वो श्राप मिल गया लाहौर शहर जहर कहर सवा पैर। पैर हुंदा 3 घंटियां दा ते सवा पैर गिण लो। हर रोज़ लड़ाई झगड़ा ते खून खराबा लाहौर होया करदा। बड़े दुखी होए हलौरी। फिर दूसरे स्वरूप रंग साहब के चरणों च हाजिर होए, खडूर सभा के बेनती की कि गुरु नानक पातशाह श्राप दे आए, तुसीं उन्हां दा रूप भी बख्श लो। ਵੱਡੇ ਸਾਧੂਆਂ ਦੇ ਸ਼ਰਾਪ ਅਸੀਂ ਕਿਉਂ ਬਖਸ਼ੀਏ? ਸ਼ਰਾਪ ਕਿਉਂ ਮਿਲਿਆ ਸੀ? ਨਿਰਦੋਸ਼ ਜਾਨਵਰਾਂ ਨੂੰ ਵੱਢਣ ਤੋਂ, ਗਊਆਂ ਨੂੰ ਡੰਗਰਾਂ ਨੂੰ ਮਾਰਨ ਤੋਂ, ਮਾਸ ਖਾਣ ਤੋਂ ਤੁਸੀਂ ਪੜ੍ਹ ਸੁਣ ਕੇ ਵੀ ਖਾਈ ਜਾਓ, ਤੁਹਾਡੀ ਆਪਣੀ ਮਰਜ਼ੀ ਹੈ। ਇਹ ਸਜ਼ਾਵਾਂ ਸਾਨੂੰ ਨਾ ਮਿਲਣਗੀਆਂ, ਕਿਵੇਂ ਬਚਾਂਗੇ? ਨਹੀਂ ਬਚਿਆ ਜਾਣਾ। ਯਾਦ ਰੱਖੋ ਸਾਰੇ ਵੀਰ, ਇਤਿਹਾਸ ਤੇ ਗੁਰੂ ਕੀ ਬਾਣੀ। ਅਸੰਖ ਗਲਵੜ ਹਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਏ। ਕਬੀਰ ਜੀ ਕਹਿੰਦੇ, खूब खाना खीचरी जामे अमृत लोन, हेरा रोटी कारने गला कटावे कौन। हेरा शिकार रोटी खाण लई मास नाल, ते कल नूं फिर सानूं गला ਅਸੀਂ ਵੱਢਦੇ फिर सानूं वढाउणा पऊ। ये सौदा महंगा मैनूं मंजूर नहीं, कबीर जी कहंदे ने। इस प्रकार गुरमुखो ये समा इस प्रकार गुजरिया है, लंघिया है। दूसरे स्वरूप ने जवाब दे दिता कि असीं नहीं बख्शणे गुरु नानक पातशाह दे सरापे। फिर तीसरे स्वरूप गुरु अमरदास के चरणों च गोविंदवल साहब गुरु बन गए ने। फिर लाहौरी हाजिर हुए कट्ठे होकर पतवंते प्रबंधक। तीजे स्वरूप में बेनती करिए शायद बख्शे जाइए। जदों कहा तो उस मौका हजूर कहन लगे, बख्शना नहीं सी, पर तुहाडे लाहौर विच चूना मंडी चौथे स्वरूप गद्दी दे वारस ने अवतार ले लिया। उन्होंने चरणों पिछे तुहानूं बख्श देने हैं। गुरमुखो गुरु नानक पास सचखंड नूं गए ने 1596 बिक्रमी। उदों शरीर गुरु अंगद साहब का भी कायम सी, गुरु नानक पातशाह का भी। क्यों 91 में आप अवतार होया तो 96 सचखंड नूं गए ने, गिण लो। उदों शरीर गुरु अंगद साहब जी का, गुरु नानक पातशाह जी का, गुरु अमरदास साहब जी का ते गुरु रामदास भी प्रगट हो गए। 4 गुरुओं के शरीर उदों कायम से 91 तो 96 तक। इस तरह बख्शा होंदियां आईयां। फिर बख्श दिते लाहौरी। कितना बख्शे? लाहौर शहर अमृतसर सिफती का घर महला पहला बाणी चलती है। पहला कटिया नहीं तो दूजे में दर्ज किया नहीं। इस तरह बख्शे जुगती वरत ली गुरु अमरदास जी ने। ये पहली देन धन गुरु रामदास महाराज साहब सच्चे पातशाह जी की। इस प्रकार गुरमुखो समा गुजरता गया। थां पर थां जोतां बदलदी आईयां। जो कलयुग में गुरु नानक अवतार लिया फिर दूजी गुरता गद्दी गुरु अंगद साहब नूं दित्ती। जो लक्ष्मण का पुत्र तख नामे सी 63 बरस। फिर तीजी गुरता गद्दी गुरु अमरदास नूं दित्ती। जो भगवान रामचंद्र का भराता भरत सी उहदा भल्लण पुत्र उस तों चली। ते चौथी फिर गुरता गद्दी पिछले दिते बचनां अनुसार सोढ़ी गुरु रामदास जी नूं दित्ती। इस प्रकार गुरु नानक अंगद बप धारा अमरदास, गुरु नानक अंगद बप धारा
ਸੋ ਬਾਪ ਨਾਮ ਹੈ ਸਰੀਰ ਦਾ। ਗੁਰੂ ਨਾਨਕ ਨੇ ਹੀ ਗੁਰੂ ਅੰਗਦ ਸਾਹਿਬ ਦਾ ਸਰੀਰ ਧਾਰਨ ਕੀਤਾ। ਗੁਰੂ ਨਾਨਕ ਅੰਗਦ ਬਾਪ ਦਾ ਰਾਹ ਕਰ ਰਗਮੋ ਕਰ ਆਦਿ ਪੰਕਤੀਆਂ ਨੇ। ਅਮਰਦਾਸ ਗੁਰੂ ਨਾਮ ਕਹਾਇਓ, ਜਨ ਦੀਪਕ ਤੇ ਦੀਪ ਜਗਾਇਓ। ਜਬ ਵਰਦਾਨ ਸਮੇਂ ਵੋ ਆਵਾ, ਰਾਮਦਾਸ ਤਬ ਗੁਰੂ ਕਹਾਵਾ। ਉਹ ਦਿੱਤੇ ਹੋਏ ਵਰਾਂ ਦਾ ਜਦੋਂ ਸਮਾਂ ਆਇਆ ਤਾਂ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਗੁਰੂ ਬਣੇ। ਸੋ ਇਸ ਪ੍ਰਕਾਰ ਸੇਵਾ ਕੀਤੀ, ਬੰਦਗੀ ਕੀਤੀ, ਜਿਸ ਵਿੱਚ ਸੋ ਆਉਣ ਵਾਲੇ ਸਮੇਂ 'ਚ ਆਪਾਂ ਹੋਰ ਵਿਚਾਰਾਂ ਕਰਨੀਆਂ ਨੇ। ਕੱਲ੍ਹ ਦਾ ਦੀਵਾਨ ਤੇ ਹੋਰ ਮਹਾਰਾਜ ਸਾਹਿਬ ਸੇਵਾ ਲੈ ਲੈਣ। ਗੁਰੂ ਰਾਮਦਾਸ ਮਹਾਰਾਜ ਸਾਹਿਬ ਦਾ ਲੰਬਾ ਚੌੜਾ ਇਤਿਹਾਸ ਹੈ। ਇਹ ਪੰਕਤੀ ਯਾਦ ਰੱਖੋ, ਦਿੱਤਾ ਲਈਏ ਆਪਣਾ, ਆਵਰ ਦਿੱਤਾ ਖੁਸ਼ਾਤ ਨ ਆਵੈ। ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ। ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਨੇ ਜਦੋਂ ਥੜੇ ਬਣਾਏ ਸੀ ਪਰਖ ਕਰਨ ਵਾਸਤੇ, ਦੂਜੇ ਸਾਰੇ ਹਾਰ ਚੁੱਕੇ ਸਨ ਤੇ ਜਿੱਤ ਗਿਆ ਸੀ ਜੇਠਾ ਜੀ। ਗੁਰੂ ਰਾਮਦਾਸ 7 ਦਿਨ ਥੜੇ ਬਣਾਉਂਦੇ ਰਹੇ, 7 ਦਿਨ ਹਜ਼ੂਰ ਢਵਾਉਂਦੇ ਰਹੇ। ਦੂਜੇ ਕਹਿੰਦੇ ਇਹ ਹੁਣ ਬਿਰਧ ਹੋ ਗਏ ਨੇ, ਭੁੱਲ ਜਾਂਦੇ ਨੇ, ਸਾਡੀ ਗਲਤੀ ਕਰਦੇ ਸੀ ਤੇ ਠੀਕ ਹੀ ਬਣਾਉਣੇ ਹੈ। ਹੁਣ ਨਹੀਂ ਅੱਗੇ ਆਉਣ ਵਾਲੇ ਸਮੇਂ 'ਚ ਬਣਾਵਾਂਗੇ, ਨਾ ਕਰ ਦਿੱਤੀ ਸੀ। ਤੇ ਗੁਰੂ ਰਾਮਦਾਸ ਮਹਾਰਾਜ ਸਾਹਿਬ ਹੱਥ ਜੋੜ ਕਹਿੰਦੇ ਮੈਂ ਗਲਤੀ ਰੋਜ਼ ਕਰਦਾ ਹੈ, ਤੁਸੀਂ ਮੈਨੂੰ ਬਖਸ਼ ਲੈਂਦੇ ਹੋ ਭੁੱਲਣਹਾਰ ਨੂੰ, ਤੇ ਕਿਰਪਾ ਕਰੋ ਸਮਰਥ ਬਖਸ਼ੋ ਮੈਂ ਠੀਕ ਬਣਾ ਸਕਾਂ। 7ਵੇਂ ਦਿਨ ਫਿਰ ਗੁੱਟੋਂ ਫੜ ਕੇ ਛਾਤੀ ਨਾਲ ਲਾ ਕੇ ਕਿਹਾ ਸੀ ਧੰਨ ਧੰਨ ਤੋਂ ਗੁਰੂ ਰਾਮਦਾਸ, ਗੁਰੂ ਨਾਨਕ ਤਾਂ ਕੇ ਹਿਰਦੇ ਨਿਵਾਸ। 7 ਵਚਨ ਹਮਰੇ ਤੁਮ ਮਾਨੇ, ਸਬਤ ਗੁਰਿਆਈ ਦੀਨ ਮੁਹਾਨੇ। ਰਾਮਦਾਸ ਤੂੰ ਧੰਤਾ ਯੋਗ ਹੈ। ਸੋ ਜਿਸ ਨੇ ਸਾਡਾ ਬਚਨ ਮੰਨਿਆ ਹੈ, ਹੁਣ ਅੱਜ ਤੋਂ 7 ਪੁਸ਼ਤੀਆਂ ਗੁਰਤਾ ਗੱਦੀ ਤੇਰੇ ਘਰ ਵਿੱਚ ਰਹੂਗੀ। ਜਿਹੜਾ ਵਾਰ ਸੋ ਪਿਤਾ ਪਾਸੋਂ ਬੀਬੀ ਭਾਨੀ ਨੇ ਲਿਆ ਸੀ ਉਹ ਪੂਰਾ ਹੋਇਆ ਹੈ। ਤੇ ਹੁਣ ਤਾਂ ਗੁਰਮੁਖੋ ਖਾਲਸਾ ਪੰਥੂ ਸਾਰੇ ਵੀਰ ਮਾਈ ਭਾਈ। ਸਮਾਂ ਬਹੁਤਾ ਹੋਈ ਜਾਂਦਾ ਹੈ, ਵੀਰ ਜੀ ਨੇ ਭਾਵੇਂ ਜ਼ਿਆਦਾ ਕਹਿ ਦਿੱਤਾ ਹੈ। ਦਾਸ ਦਾ ਖਿਆਲ ਨਹੀਂ ਇੰਨਾ ਬੋਲਣ ਦਾ। ਇਤਿਹਾਸ ਲੰਮਾ ਚੌੜਾ ਹੈ। ਜੇ ਕਿਤੇ ਗ੍ਰੰਥ ਦਾ ਆਸਰਾ ਲੈ ਲਈਏ ਜਾਂ ਸੂਰਜ ਪ੍ਰਕਾਸ਼ ਦਾ ਲੈ ਲਈਏ ਤਾਂ ਕਿੰਨੇ ਦਿਨ ਗੁਰੂ ਇਤਿਹਾਸ 'ਤੇ ਬੋਲਿਆ ਜਾ ਸਕਦਾ ਹੈ। ਇਸ ਪ੍ਰਕਾਰ ਬਾਣੀ ਪੜ੍ਹੋ, ਸਿਮਰਨ ਕਰੋ ਤੇ ਜ਼ਿੰਦਗੀ ਜੀਵਨ। ਅੰਨ ਮੈਂ ਕੋ ਸਰੀਰ ਹੈ, ਵਾਲ ਛਲ ਨਾ ਖਾਓ, ਨਕਮੀਆਂ ਕਾਰਾਂ ਹੋਰ ਕਿਰਤ ਨਾ ਕਰੋ। ਚੰਗੀ ਕਿਰਤ ਕਰੋ, ਸੱਚਾ ਬੋਲੋ, ਮਿੱਠਾ ਬੋਲੋ, ਇੱਕ ਦੂਜਿਆਂ ਸਾਰਿਆਂ ਨਾਲ ਮਿਲ ਕੇ ਬਣੋ ਤੇ ਗੁਰੂ ਵਾਲੇ ਬਣੋ। ਗੁਰੂ ਨਾਨਕ ਪਾਤਸ਼ਾਹ ਵਰਗਾ ਨਾ ਕੋਈ ਹੋਇਆ ਤੇ ਨਾ ਹੋਣਾ, ਕਿ ਆਪ ਅਕਾਲ ਪੁਰਖ ਸੀ, ਉਦੋਂ ਪਰੇ ਹੋਰ ਕੀ ਰਹਿ ਗਿਆ। ਸਾਰਿਆਂ ਦਾ ਸਤਿਕਾਰ ਕਰੋ, ਸਾਰਿਆਂ ਨਾਲ ਮਿਲ ਕੇ ਚੱਲੋ। ਮੰਦਾ ਕਿਸ ਨਾਖ ਝਗੜਾ ਪਾਵਣਾ, ਪੰਕਤੀਆਂ ਯਾਦ ਰੱਖਣੀਆਂ। ਉੱਠਦਿਆਂ ਬਹਿੰਦਿਆਂ ਸੌਂਦਿਆਂ ਇੱਕ ਦੂਜੇ ਨਾਲ ਪਿਆਰ ਨਾਲ। ਮਹਾਰਾਜ ਸਾਹਿਬ ਨੇ ਬੜੀ ਵੱਡੀ ਬਖਸ਼ ਕੀਤੀ। ਮਿਲਣ ਲੱਗਿਆਂ ਵੀ ਫਤਿਹ ਤੇ ਵਿਛੜਨ ਲੱਗਿਆਂ ਵੀ ਫਤਿਹ। ਤੇ ਕਾਰਜ ਆਰੰਭ ਕਰਨਾ, ਕਥਾ ਆਰੰਭ ਕਰਨੀ ਹੈ ਫਤਿਹ, ਤੇ ਸਮਾਪਤੀ ਤੇ ਫਿਰ ਵੀ ਫਤਿਹ। ਉਸ ਫਤਿਹ ਵਿੱਚ ਆਉਂਦਾ ਵਾਹਿਗੁਰੂ ਮੰਤਰ। ਵਾਹਿਗੁਰੂ ਨਾਮ ਗੁਰੂ ਨਾਨਕ ਦਾ, ਗੁਰੂ ਗੋਬਿੰਦ ਸਿੰਘ ਦਾ ਤੇ ਨਹੀਂ। ਵਾਹਿਗੁਰੂ ਤੇ ਕਾਲ ਪੁਰਖ ਦਾ ਨਾਮ ਹੈ, ਤੇ ਕਾਲ ਪੁਰਖ ਸਾਰਿਆਂ ਦਾ ਬਾਪੂ ਹੈ। ਵਾਹਿਗੁਰੂ ਮੰਤਰ ਕੋ ਛੋੜ ਕੇ ਜਪੇ ਔਰ ਕੋਈ ਜਾਪ, ਸੋ ਸਾਕਤ ਸਿੱਖ ਮੂਲ ਨ ਹੈ। ਬਚਨ ਹੈ ਸ੍ਰੀ ਮੁਖਵਾ ਕੇ। ਲੋੜ ਕਿਉਂ ਪੈਂਦੀ ਬੋਲਣ ਦੀ? ਭੁਲੇਖਾ ਦੂਰ ਕਰਨ ਲਈ। ਜਿਹੜਾ ਧੋਖਾ ਹੋ ਰਿਹਾ, ਜਿਹੜੀ ਠੱਗੀ ਵੱਜ ਰਹੀ ਹੈ, ਜਿਹੜੇ ਲੱਖਾਂ ਦੇ ਕਰੋੜਾਂ ਲੋਕ ਕਮਾਰ ਗੁਜ਼ਾਰ ਰਹੇ ਨੇ, ਇੱਥੋਂ ਬਚੋ। ਸਾਰੇ ਜਾਣੇ ਮਿਲ ਕੇ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵਲਾਏ। ਹਰ ਨਾਮੇ ਕੇ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਛਾਏ। ਦਾਸ ਦਾ ਖਿਆਲ ਇੰਨੀਆਂ ਪੰਕਤੀਆਂ ਬੇਅੰਤ ਨੇ ਆਪ ਦੇ ਸਮਰਥ ਰੱਖੀਆਂ। ਕੱਲ੍ਹ ਦੇ ਦੀਵਾਨ 'ਚ ਕੁਝ ਹੋਰ ਮਹਾਰਾਜ ਸਾਹਿਬ ਕਹਾ ਲੈਣ ਤੇ ਕਹਿਆ ਤੇ ਸੁਣਿਆ ਤੁਹਾਡਾ ਸਫਲ ਆ ਤਾਂ ਹੈ ਜੇ ਹਿਰਦੇ 'ਚ ਵਸ ਜਾਵੇ, ਜੇ ਜ਼ਿੰਦਗੀ 'ਚ ਮੋੜ ਆ ਜਾਵੇ। ਅੱਜ ਦੀ ਇੰਨੀ ਵਿਚਾਰ ਸਵੀਕਾਰ ਕਰਦੇ ਹੋਏ ਰਸਨਾ ਸਫਲੀ ਕਰੋ ਤੇ ਪਿਆਰ ਨਾ ਕਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।